ਤੇਰੇ ਤੋਂ ਨਾਮ ਮੰਗਦੇ ਹਨ ਵੀ ਇਹ ਭਿੱਖਿਆ ਪਾ ਦਿਓ ਸਾਡੀ ਝੋਲੀ ਵਿੱਚ। ਕਿਹੜੀ ਭਿੱਖਿਆ? ਉਹ ਅੱਗੇ ਦੱਸਦੇ ਹਨ, ਤੇਰੇ ਦਰਸ਼ਨ ਕਉ ਕੁਰਬਾਨ ਹੈ। ਤੇਰੇ ਦਰਸ਼ਨ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਸੱਚੇ ਪਾਤਸ਼ਾਹ। ਦਰਸ਼ਨਾਂ ਦੀ ਜਿਹੜੀ ਭੀਖ ਹੈ ਉਹ ਸਾਡੀ ਝੋਲੀ ਵਿੱਚ ਪਾ ਦਿਓ ਮਹਾਰਾਜ। ਅਬਿਨਾਸੀ ਪ੍ਰਭ ਖੇਲ ਰਚਾਇਆ। ਅਬਿਨਾਸੀ ਜਿਹੜਾ ਕਦੀ ਨਾਸ ਨਹੀਂ ਹੁੰਦਾ, ਉਸ ਪ੍ਰਭੂ ਨੇ ਖੇਡ ਰਚਾਈ ਹੈ ਸੰਸਾਰ ਦੀ। ਗੁਰਮੁਖ ਸੋਝੀ ਹੋਈ। ਗੁਰਮੁਖਾਂ ਨੂੰ ਸੋਝੀ ਹੋਈ ਹੈ ਵੀ ਇਹ ਤਾਂ ਖੇਡ ਰਚੀ ਹੋਈ ਉਹਨੇ, ਤੇ ਮਨੁੱਖ ਇਹਨੂੰ ਸੱਚੀ ਸਮਝ ਕੇ ਇਹਦੇ ਕਲਪੀ ਜਾਂਦਾ ਹੈ। ਇਹ ਤਾਂ ਮਹਾਰਾਜ ਦੀ ਖੇਡ ਹੈ ਸੱਚੇ ਪਾਤਸ਼ਾਹ ਦੀ। ਨਾਨਕ ਸਭ ਜੁਗ ਆਪੇ ਵਰਤੈ। ਮਹਾਰਾਜ ਕਹਿੰਦੇ ਸਾਰੇ ਜਿਉਂ ਤੋਂ ਸ੍ਰਿਸ਼ਟੀ ਬਣੀ ਏ, ਸਾਰੇ ਯੁਗਾਂ ਤੋਂ ਆਪ ਹੀ ਸੱਚਾ ਪਾਤਸ਼ਾਹ ਵਰਤ ਰਿਹਾ ਸੰਸਾਰ ਦੇ ਅੰਦਰ। ਦੂਜਾ ਅਵਰ ਨ ਕੋਈ। ਹੋਰ ਕੋਈ ਦੂਜਾ ਨਹੀਂ ਹੈ ਉਹਦੇ ਬਰਾਬਰ ਦਾ, ਜਿਹੜਾ ਇਸ ਸ੍ਰਿਸ਼ਟੀ ਨੂੰ ਇਹ ਬਣਾ ਸਕੇ, ਸਾਰੇ ਕਾਰਜ ਨੂੰ ਚਲਾ ਸਕੇ। ਇਹ ਇੱਕ ਬਾਣੀ ਹੈ ਜਿਹੜੀ ਸਿੱਧ ਗੋਸ਼ਟ 73 ਇਹਦੇ ਅੰਕ ਹਨ, ਔਰ ਇਹ ਸਿੱਧਾਂ ਦੇ ਨਾਲ ਦੋ ਥਾਵਾਂ ਤੇ ਹੋਈ ਹੈ। ਇੱਕ ਇੱਥੇ ਅਚਲ ਬਟਾਲੇ ਦੇ ਵਿੱਚ, ਤੇ ਇੱਕ ਹੋਈ ਸੁਮੇਰ ਪਰਬਤ ਤੇ। ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਕਹਿਣ ਲੱਗੇ ਵੀ ਸੰਸਾਰ ਨੂੰ ਛੱਡ ਕੇ ਇਹ ਮਤ ਸੋਚੋ ਕਿ ਸੰਸਾਰ ਛੱਡਣ ਦੇ ਨਾਲ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਓਗੇ। ਬਸ ਇੱਕ ਸਿਧਾਂਤ ਦੇ ਉੱਤੇ ਸਾਰੀ ਬਾਣੀ ਉਚਾਰਨ ਕਰ ਦਿੱਤੀ। ਮਹਾਰਾਜ ਨੇ ਕਿਹਾ ਵੀ ਮੈਂ ਇਸ ਤਰ੍ਹਾਂ ਦਾ ਇੱਕ ਵਾਰ-ਵਾਰ ਤੁਸੀਂ ਸੁਣਿਆ ਬਾਣੀ ਦੇ ਵਿੱਚ ਗੁਰਮੁਖ ਸ਼ਬਦ ਆਇਆ ਹੈ। ਕਹਿੰਦੇ ਗੁਰਮੁਖ ਬਣਨ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਨਹੀਂ ਹੈ। ਤੇ ਗੁਰਮੁਖ ਕੌਣ ਹੈ? ਜਿਹਦਾ ਸਰੀਰ ਆਪਣਾ ਹੈ ਪਰ ਉਹਦੇ ਮੁਖ ਵਿੱਚ ਆਵਾਜ਼ ਗੁਰੂ ਦੀ ਹੈ, ਬਾਣੀ ਦੀ ਹੈ। ਜਿਹਦਾ ਸਰੀਰ, ਅੱਖਾਂ ਆਪਣੀਆਂ ਨੇ, ਦ੍ਰਿਸ਼ਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਸਾਰਾ ਯਾਨੀ ਕਿ ਗੁਰਮੁਖ ਹੈ ਕੌਣ ਹੈ? ਇੱਕ ਸੰਪੂਰਨ ਮਨੁੱਖ ਜਿਹਦੇ ਅੰਦਰ ਬਾਹਰੋਂ ਇਸ ਸਿੱਧ ਗੋਸ਼ਟ ਵਿੱਚ ਐਸਾ ਵਰਣਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਗੁਰਮੁਖ ਨੂੰ ਮੈਂ ਇਸ ਤਰ੍ਹਾਂ ਬਣਾ ਦਿੱਤਾ ਹੈ ਕਿ ਉਹ ਹੱਥਾਂ ਪੈਰਾਂ ਨਾਲ ਬਾਹਰ ਕੰਮ ਕਰੀ ਜਾਏਗਾ, ਮੂੰਹ ਨਾਲ ਗੱਲਬਾਤ ਕਰੇਗਾ, ਲੋੜ ਮਾਤਰ ਖਾਵੇ ਪੀਵੇਗਾ, ਪਰਿਵਾਰ ਵਿੱਚ ਰਹੇਗਾ, ਪਰ ਉਹਦੇ ਅੰਦਰਲਾ ਜਿਹੜਾ ਇੱਕ ਹਿੱਸਾ ਹੈ ਉਹ ਲਗਾਤਾਰ ਗਰੀਬ ਨਵਾਜ ਵਾਹਿਗੁਰੂ ਦੇ ਚਰਨਾਂ ਨਾਲ ਉਹਦੀ ਤਾਰ ਬਣੀ ਰਹੇਗੀ, ਜੁੜੀ ਰਹੇਗੀ ਸੁਰਤ। ਇਸ ਤਰ੍ਹਾਂ ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਗੁਰੂ ਸਾਹਿਬ ਨੇ। ਔਰ ਨਾਲ ਨਾਲ ਸਿੱਧ ਬੜੇ ਸਿਆਣੇ ਲੋਕ ਸੀ, ਇਸ ਤਰ੍ਹਾਂ ਨਹੀਂ ਵੀ ਐਵੇਂ ਕੋਈ ਵਿਰੋਧੀ ਸਨ। ਉਹਨਾਂ ਨੇ ਬੜੇ ਸੋਹਣੇ ਸਵਾਲ ਪੁੱਛੇ ਨੇ। ਮੈਂ ਤਾਂ ਕਈ ਵਾਰੀ ਸੋਚਣਾ ਵੀ ਸਿੱਖ ਵੀ ਇਸ ਤਰ੍ਹਾਂ ਦੇ ਸਵਾਲ ਕਰਨ, ਪਰ ਬੜੇ ਘੱਟ ਨੇ ਇਸ ਤਰ੍ਹਾਂ ਦੇ ਪਰਮਾਰਥ ਦੇ ਸਵਾਲ ਕਰਦੇ ਹੋਣਗੇ। ਬਸ ਦੂਜੀਆਂ ਗੱਲਾਂ ਚੁਟਕਲਿਆਂ 'ਤੇ ਬਹੁਤੇ ਖੁਸ਼ ਰਹਿੰਦੇ ਨੇ ਵੀ ਤਾੜੀਆਂ ਮਾਰ ਕੇ ਘਰ ਨੂੰ ਜਾਓ, ਪਰ ਕਦੀ ਸਿੱਧ ਗੋਸ਼ਟ ਬਾਣੀ ਪੜ੍ਹੋ। ਉਹਨਾਂ ਨੇ ਕਿਵੇਂ ਏਡੀ ਅਧਿਆਤਮ ਦੀ ਗੱਲ ਕੀਤੀ ਵੀ ਮਨ ਕਿੱਥੇ ਰਹਿੰਦਾ, ਸੁਰਤੀ ਮਨ ਕਿਹੜੇ ਟਿਕਾਣੇ 'ਤੇ ਰਹਿੰਦਾ, ਸ਼ਬਦ ਕਿੱਥੇ ਰਹਿੰਦਾ। ਸੋ ਇਹ ਸਿੱਧ ਗੋਸ਼ਟ ਬਾਣੀ ਹੈ, ਇਹਦੀ ਵਿਚਾਰ ਹੈ। ਇਸ ਤੋਂ ਅੱਗੇ ਇੱਥੇ ਸਿੱਧ ਗੋਸ਼ਟ ਦੀ ਸਮਾਪਤੀ ਹੈ। ਇਸ ਤੋਂ ਅੱਗੇ ਵਾਰ ਜਿਹੜੀ ਰਾਮ ਕਲੀ ਕੀ ਵਾਰ ਹੈ, ਮਹੱਲਾ ਤੀਜਾ, ਤੀਜੇ ਪਾਤਸ਼ਾਹ ਦੀ ਲਿਖੀ ਉਹ ਸ਼ੁਰੂ ਹੁੰਦੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਕੀ ਵਾਰ ਮਹੱਲਾ ਤੀਜਾ। ਜੋਧੈ ਵੀਰੈ ਪੂਰਬਾਣੀ ਕੀ ਧੁਨੀ। ਸ਼ਲੋਕ ਮਹੱਲਾ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਓੰਕਾਰ ਸਰੂਪ ਸਰਵ ਵਿਆਪਕ ਧੁਨੀ ਹੈ, ਜੋ ਸਾਰੇ ਥਾਵਾਂ 'ਤੇ ਵਿਆਪਕ ਹੈ ਔਰ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹ ਰਾਮ ਕਲੀ ਕੀ ਵਾਰ ਹੈ। ਇਹਦੇ ਵਿੱਚ ਪੌੜੀਆਂ ਤੀਸਰੇ ਪਾਤਸ਼ਾਹ ਦੀਆਂ ਪੌੜੀਆਂ ਹਨ, ਔਰ ਸ਼ਲੋਕ ਜਿਹੜੇ ਨੇ ਵੱਖਰੇ ਵੱਖਰੇ ਪਾਤਸ਼ਾਹਾਂ ਦੇ ਸ਼ਲੋਕ ਹਨ। ਕਿਤੇ ਪਹਿਲੇ ਪਾਤਸ਼ਾਹ ਦੇ, ਕਿਤੇ ਦੂਜੇ ਪਾਤਸ਼ਾਹ ਦੇ ਆ ਗਏ। ਤਾਂ ਇਸ ਤਰ੍ਹਾਂ ਤੀਜੇ ਪਾਤਸ਼ਾਹ ਦਾ ਸ਼ਲੋਕ ਹੈ ਪਹਿਲਾਂ, ਔਰ ਇਹਦੇ ਉੱਤੇ ਜਿਹੜੀ ਧੁਨੀ ਚੜਾਈ ਹੋਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਧੁਨੀਆਂ ਚੜਾਈਆਂ ਨੇ। ਇਹ ਜੋਧਾ ਵੀਰਾ ਪੁਰਬਾਣੀ ਕੀ ਧੁਨੀ। ਪੁਰਬਾਣੀ ਦੇ ਪੁੱਤਰ ਸਨ ਦੋ, ਇੱਕ ਜੋਧਾ ਸੀ, ਇੱਕ ਵੀਰਾ ਸੀ। ਇਹ ਬੜੇ ਤਗੜੇ ਸਨ ਲੜਨ ਦੇ ਵਿੱਚ। ਤਾਂ ਅਕਬਰ ਦੇ ਨਾਲ ਅਕਬਰ ਦਾ ਸਮਾਨ ਖੋਹ ਲੈਂਦੇ ਸੀ। ਉੱਥੇ ਇਹਨਾਂ ਦੀ ਜਿਹੜੀ ਲੜਾਈ ਹੋਈ ਅਕਬਰ ਦੇ ਸਿਪਾਹੀਆਂ ਦੇ ਨਾਲ, ਬੜੀ ਤਕੜੀ ਲੜਾਈ ਹੋਈ। ਉਹਦੇ ਵਿੱਚ ਬੜੀ ਵੀਰਤਾ ਦੇ ਨਾਲ ਲੜੇ। ਤਾਂ ਫਿਰ ਜਿਹੜੇ ਢਾਡੀ ਸਨ ਉਹਨਾਂ ਨੇ ਇਹਨਾਂ ਦੀ ਵਾਰ ਬਣਾਈ ਸੀ। ਤਾਂ ਉਹ ਵਾਰ ਜਿਹੜੀ ਹੈ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ, ਛੇਵੇਂ ਪਾਤਸ਼ਾਹ ਦੇ ਕੋਲ ਭਾਈ ਨੱਥਾ ਤੇ ਅਬਦੁੱਲਾ ਢਾਡੀ ਸਨ। ਉਹਨਾਂ ਨੇ ਜੋਧੇ ਤੇ ਵੀਰੇ ਦੀ ਇੱਥੇ ਵਾਰ ਜਿਹੜੀ ਸੀ ਸੁਣਾਈ ਗੁਰੂ ਸਾਹਿਬ ਨੂੰ। ਮਹਾਰਾਜ ਨੇ ਕਿਹਾ ਵੀ ਇਹਨੂੰ ਰਾਮ ਕਲੀ ਕੀ ਵਾਰ ਦੇ ਨਾਲ ਜਿਹੜੀ ਧੁਨੀ ਹੈ ਲਾਓ, ਯਾਨੀ ਕਿ ਜਿਹੜੀ
ਇਹ ਰਾਮਕਲੀ ਕੀ ਵਾਰ ਹੈ। ਇਹ ਜੋਧੇ ਵੀਰੇ ਦੀ ਜਿਹੜੀ ਪੁਰਬਾਣੀ ਕੀ ਧੁਨੀ ਬਣਾਈ ਹੋਈ ਹੈ, ਇਹ ਉਹਦੇ ਉੱਤੇ ਉਸ ਤਰੀਕੇ ਦੇ ਨਾਲ ਗਾਉਣੀ ਹੈ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਸਹਜੈ ਦਾ ਖੇਤ ਹੈ। ਮਹਾਰਾਜ ਕਹਿੰਦੇ ਨੇ ਕਿ ਸਤਿਗੁਰੂ ਗਰੀਬ ਨਵਾਜ ਸ਼ਬਦ ਰੂਪ ਸਹਿਜੇ ਦਾ ਭਾਵ ਬੜੇ ਗਹਿਰ ਗੰਭੀਰ ਟਿਕਾਅ ਵਾਲੇ ਹਨ। ਉਹਦਾ ਖੇਤ ਹੈ, ਸਹਿਜੇ ਦਾ ਖੇਤ ਹੈ। ਕਹਿਣ ਲੱਗੇ ਇਹਦੇ ਵਿੱਚ ਜਿਵੇਂ ਦਾ ਬੀਜਾਂਗੇ, ਜੇ ਨਾਮ ਬੀਜਾਂਗੇ ਤੇ ਪ੍ਰਾਪਤ ਹੋਵੇਗਾ। ਜਿਸਨੂੰ ਲਾਏ ਭਾਉ। ਜਿਸ ਨੂੰ ਭਾਉ ਲਾਏ, ਆਪਣੇ ਉੱਤੇ ਪ੍ਰੇਮ ਲਾ ਲਵੇ, ਆਪਣੇ ਵੱਲ ਖਿੱਚ ਲਵੇ ਸੱਚਾ ਪਾਤਸ਼ਾਹ। ਨਾਉ ਬੀਜੇ ਨਾਉ ਉਗਵੈ। ਜੇ ਕੋਈ ਗੁਰੂ ਨਾਲ ਪ੍ਰੇਮ ਕਰੇ, ਗੁਰੂ ਨਾਲ ਪਿਰਹੜੀ ਕਰੇ ਤਾਂ ਨਾਮ ਬੀਜੇ, ਨਾਮ ਜਪੇ ਸਤਿਗੁਰੂ ਜੀ ਵੱਲੋਂ ਦਿੱਤਾ ਹੋਇਆ ਤੇ ਨਾਮ ਉਗ ਪੈਂਦਾ ਹੈ। ਨਾਮੇ ਰਹਿ ਸਮਾਏ। ਤਾਂ ਨਾਮ ਦੇ ਵਿੱਚ ਸਮਾਇਆ ਰਹਿੰਦਾ ਉਹ ਗੁਰੂ ਕਾ ਸਿੱਖ ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਹੈ। ਹਉਮੈ ਇਹੋ ਬੀਜ ਹੈ। ਪਰ ਦੂਜੇ ਪਾਸੇ ਹਉਮੈ ਮੂਲ ਹੈ ਸਾਰੇ ਦੁੱਖ ਦਾ। ਜਿੰਨੇ ਦੁੱਖ ਨੇ ਉਹਦਾ ਬੀਜ ਮੈਨੇ ਮੂਲ। ਆਰੰਭਤਾ ਇੱਥੋਂ ਹੁੰਦੀ ਹੈ ਹਉਮੈ ਤੋਂ। ਸਹਸਾ ਗਿਆ ਵਿਲਾਏ। ਕਹਿਣ ਲੱਗੇ ਇਹ ਸੰਸਾ ਸੀ ਜਿਹੜਾ ਉਹਨਾਂ ਦਾ ਬਿਲਾਏ ਚਲਾ ਗਿਆ। ਕਿਹੜੇ? ਜਿਨ੍ਹਾਂ ਨੇ ਸਤਿਗੁਰੂ ਦਾ ਨਾਮ ਰੂਪੀ ਜਿਹੜਾ ਬੀਜ ਹੈ ਬੀਜਿਆ ਹੈ। ਨਾ ਕਿਛ ਬੀਜੇ ਨਾ ਉਗਵੈ। ਨਾ ਉਹ ਕੁਝ ਹੋਰ ਬੀਜਦਾ ਹੈ ਤੇ ਨਾ ਹੋਰ ਕੋਈ ਕਰਮ ਕਰਦਾ, ਨਾ ਉਸ ਤਰ੍ਹਾਂ ਦਾ ਉਗਦਾ ਕੁਝ। ਜੋ ਬਖਸ਼ੇ ਸੋ ਖਾਏ। ਉਸ ਗੁਰਮੁਖ ਨੂੰ ਜਿਹੜਾ ਸਤਿਗੁਰੂ ਨਾਲ ਪਿਆਰ ਕਰਦਾ ਹੈ, ਕਹਿਣ ਲੱਗੇ ਜੋ ਬਖਸ਼ ਦਿੰਦਾ, ਬਖਸ਼ਿਸ਼ ਕਰ ਦਿੰਦਾ ਹੈ, ਉਹ ਹੀ ਖਾਂਦੇ ਨੇ ਗੁਰੂ ਕੇ ਸਿੱਖ ਪਿਆਰ ਨਾਲ। ਅੰਬੈ ਛੇਤੀ ਅੰਬ ਰਲਿਆ। ਮਹਾਰਾਜ ਕਹਿੰਦੇ ਜਿਵੇਂ ਅੰਬੈ ਮੈਨੇ ਪਾਣੀ ਦੇ ਵਿੱਚ ਪਾਣੀ ਜਿਵੇਂ ਰਲ ਜਾਂਦਾ ਹੈ, ਬਾਹੁੜ ਨਾ ਨਿਕਸਿਆ ਜਾਏ। ਪਰਤ ਕੇ ਜਿਵੇਂ ਨਿਕਲਿਆ ਨਹੀਂ ਜਾਂਦਾ, ਇਸ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਹਨ ਉਹ ਨਾਮ ਦੇ ਨਾਲ ਇਸ ਤਰ੍ਹਾਂ ਸੁਰਤੀ ਜੁੜ ਜਾਂਦੀ ਵੀ ਇੱਕ ਮੇਕੀ ਹੋ ਜਾਂਦੇ ਹਨ। ਨਾਨਕ ਗੁਰਮੁਖ ਚਲਤ ਹੈ। ਮਹਾਰਾਜ ਕਹਿੰਦੇ ਵੀ ਇਹ ਗੁਰਮੁਖ ਬਣ ਜਾਣਾ, ਗੁਰਮੁਖ ਪ੍ਰਣਾਲੀ ਜਿਹੜੀ ਮਹਾਰਾਜ ਨੇ ਬਣਾਈ ਹੈ, ਇਹ ਇੱਕ ਚਲਤ ਹੀ ਸਮਝੋ, ਇੱਕ ਖੇਡ ਸਮਝੋ ਵੀ ਕਮਾਲ ਕਰ ਦਿੱਤੀ ਮਹਾਰਾਜ ਨੇ। ਕਹੋ ਲੋਕਾ ਆਏ। ਕਹਿੰਦੇ ਇਹ ਲੋਕੋ ਆ ਕੇ ਵੇਖੋ ਗੁਰੂ ਨਾਨਕ ਸਾਹਿਬ ਨੇ ਗੁਰਮੁਖ ਬਣਾ ਦਿੱਤੇ ਨੇ। ਗੁਰਮੁਖ ਇਹਨਾਂ ਨੂੰ ਰੱਬ ਦਾ ਸਰੂਪ ਬਣਾ ਦਿੱਤਾ ਹੈ। ਲੋਕ ਕੇ ਵੇਖੈ ਬਪੁੜਾ। ਕਹਿਣ ਲੱਗੇ ਵਿਚਾਰੇ ਲੋਕ ਕੀ ਵੇਖਣ ਜਿਨ੍ਹਾਂ ਦੇ ਅੰਦਰ ਗਿਆਨ ਨਹੀਂ ਹੈ, ਸੁਨੋ ਸੋਝੀ ਨਾਹੀ। ਜਿਨ੍ਹਾਂ ਨੂੰ ਸੋਝੀ ਹੈ ਨੇ ਵੀ ਗੁਰਮੁਖ ਕੀ ਹੁੰਦਾ ਹੈ, ਕਿਵੇਂ ਬਣੀਦਾ ਹੈ, ਉਹ ਵਿਚਾਰੇ ਕੀ ਕਰਨ। ਜਿਸ ਵੇ ਖਾਲੇ ਸੋ ਵੇਖੈ। ਜਿਨ੍ਹਾਂ ਨੂੰ ਵਿਖਾਲੇ, ਜਿਨ੍ਹਾਂ ਤੇ ਕਿਰਪਾ ਕਰੇ, ਉਹ ਹੀ ਵੇਖ ਸਕਦੇ ਵੀ ਗੁਰਮੁਖ ਕਿੱਡੀ ਵੱਡੀ ਵਸਤੂ, ਕਿੱਡੀ ਵੱਡੀ ਅਵਸਥਾ ਹੈ। ਜਿਸ ਵਸਿਆ ਮਨ ਮਾਹੇ। ਜਿਨ੍ਹਾਂ ਦੇ ਮਨ ਵਿੱਚ ਆ ਕੇ ਵਸਿਆ ਉਹਨਾਂ ਨੂੰ ਪਤਾ ਲੱਗਦਾ ਇਸ ਚੀਜ਼ ਦਾ। ਮਹੱਲਾ ਤੀਜਾ। ਮਨਮੁਖ ਦੁੱਖ ਕਾ ਖੇਤ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਹੜਾ ਮਨਮੁਖ ਹੈ ਇਹ ਦੁੱਖ ਦਾ ਹੀ ਖੇਤ ਹੈ। ਇਹਦੇ ਵਿੱਚ ਹੋਰ ਕੁਝ ਨਹੀਂ ਉਗਦਾ ਦੁੱਖ ਤੋਂ ਬਿਨਾ। ਦੁੱਖ ਬੀਜੇ ਦੁੱਖ ਖਾਏ। ਇਹ ਵਿਕਾਰ ਹੀ ਬੀਜਦਾ ਸਰੀਰ ਦੇ ਵਿੱਚ, ਦੁੱਖ ਹੀ ਬੀਜਦਾ ਹਉਮੈ, ਤੇ ਉਹ ਹੀ ਉਗਦਾ, ਉਹ ਹੀ ਖਾਂਦਾ ਹੈ। ਦੁੱਖ ਵਿੱਚ ਜੰਮੈ ਦੁੱਖ ਮਰੈ। ਮਹਾਰਾਜ ਕਹਿੰਦੇ ਦੁੱਖ ਵਿੱਚ ਹੀ ਜੰਮਦਾ, ਉਹ ਕਰਮਾਂ ਦੇ ਵਿੱਚ ਬੱਝਾ ਹੋਇਆ ਜੰਮਦਾ ਹੈ ਔਰ ਕਰਮਾਂ ਵਿੱਚ ਬੱਝਾ ਹੋਇਆ ਹੀ ਮਰ ਜਾਂਦਾ ਮਨਮੁਖ। ਹਉਮੈ ਕਰਤਵਿ ਹਾਏ। ਇਸ ਤਰ੍ਹਾਂ ਹਉਮੈ ਮੈਂ ਮੇਰੀ ਕਰਦਿਆਂ ਇਹਦੀ ਉਮਰ ਗੁਜ਼ਰ ਜਾਂਦੀ ਹੈ। ਆਵਣ ਜਾਣ ਨਾ ਸੁਝਈ। ਮਹਾਰਾਜ ਕਹਿੰਦੇ ਇਹਨੂੰ ਆਉਣ ਜਾਣ ਜਨਮ ਮਰਨ ਪਤਾ ਨਹੀਂ ਲੱਗਦਾ, ਕਿੱਧਰ ਨੂੰ ਤੁਰਿਆ ਜਾਣਾ, ਇੰਨੇ ਗੁਬਾਰ ਦੇ ਵਿੱਚ ਫਸ ਜਾਂਦਾ ਹੈ। ਅੰਧਾ ਅੰਧ ਕਮਾਏ। ਇਸ ਤਰ੍ਹਾਂ ਅੰਨਾ ਹੋ ਜਾਂਦਾ ਮਾਇਆ ਦੇ ਵਿੱਚ ਕਿ ਅੰਨੇ ਕਰਮ ਹੀ ਕਰੀ ਜਾਂਦਾ। ਹੋਰ ਜੋ ਦੇਵੈ ਤਿਸੈ ਨਾ ਜਾਣਈ। ਜਿਹੜਾ ਦੇਣ ਵਾਲਾ ਸੱਚਾ ਪਾਤਸ਼ਾਹ ਉਹਨੂੰ ਨਹੀਂ ਜਾਣਦਾ, ਜਿਹਨੇ ਸਭ ਕੁਝ ਦਿੱਤਾ ਹੈ ਕਿਰਪਾ ਕਰਕੇ। ਤੇ ਕਉ ਲਪਟਾਏ। ਪਰ ਜਿਹੜੀਆਂ ਚੀਜ਼ਾਂ ਦਿੱਤੀਆਂ ਨੇ ਮਹਾਰਾਜ ਨੇ ਉਹਨਾਂ ਨੂੰ ਲਪਟਾ ਜਾਂਦਾ, ਉਹਨਾਂ ਨੂੰ ਚੰਬੜ ਜਾਂਦਾ ਹੈ। ਨਾਨਕ ਪੂਰਬ ਲਿਖਿਆ ਕਮਾਵਣਾ। ਮਹਾਰਾਜ ਕਹਿੰਦੇ ਪੂਰਬ ਲਿਖਿਆ ਕਮਾਵਣਾ। ਜਿਹੜਾ ਪੂਰਬ ਲਿਖਿਆ ਸੀ ਪਹਿਲਾਂ ਉਹ ਸੁਭਾਅ ਦੇ ਵਿੱਚ ਪੈ ਗਿਆ ਪੱਕਾ ਹੋ ਕੇ। ਅਵਰ ਨ ਕਰਨਾ ਜਾਏ। ਹੋਰ ਨਹੀਂ ਕੁਝ ਕੀਤਾ ਜਾ ਸਕਦਾ, ਉਹ ਪੱਕੀ ਲਾਈਨ ਬਣ ਗਈ ਅੰਦਰ। ਮਹੱਲਾ ਤੀਜਾ। ਸਤਿਗੁਰ ਮਿਲਿਆ ਸਦਾ ਸੁਖ। ਮਹਾਰਾਜ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਣ ਕਰਕੇ ਬਾਣੀ ਨੂੰ
ਅੰਦਰ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜਿਸਨੂੰ ਆਪੇ ਮੇਲੇ ਸੋਏ, ਜਿਹਨੂੰ ਕਿਰਪਾ ਕਰਕੇ ਆਪ ਮੇਲ ਲੈ ਸਤਿਗੁਰੂ ਕਿਰਪਾ ਕਰਨ ਤਾਂ। ਸੁਖ ਇਹੋ ਵਿਵੇਕ ਹੈ। ਕਹਿਣ ਲੱਗੇ ਸਭ ਤੋਂ ਵੱਡਾ ਆਨੰਦ ਇਹ ਵਿਵੇਕ ਬੁੱਧੀ ਹੈ। ਅੰਦਰ ਵਿਵੇਕ ਪੈਦਾ ਹੋ ਜਾਏ, ਭਾਵ ਬੁੱਧੀ ਸਾਫ਼ ਹੋ ਜਾਏ ਵਿਕਾਰਾਂ ਤੋਂ। ਅੰਤਰ ਨਿਰਮਲ ਹੋਏ, ਅੰਦਰ ਜਿਹੜਾ ਨਿਰਮਲ ਪਵਿੱਤਰ ਹੋ ਜਾਏ, ਜੇ ਗੁਰਮੁਖ ਬਣ ਜਾਏ ਤਾਂ। ਅਗਿਆਨ ਕਾ ਭ੍ਰਮ ਕੱਟੀਐ, ਅੰਦਰੋਂ ਜਿਹੜੀ ਅਵਿਦਿਆ ਹੈ, ਅਗਿਆਨ ਹੈ ਕਿ ਇਹ ਜਿਹੜਾ ਸੰਸਾਰ ਹੈ ਇਹ ਸਾਡਾ ਹੀ ਹੈ, ਇਹ ਸਭ ਕੁਝ ਜੋ ਬਣਿਆ ਹੋਇਆ ਸਾਡਾ ਹੈ, ਗਿਆਨ ਦਾ ਭਰਮ ਕੱਟਿਆ ਜਾਏ ਗਿਆਨ ਪ੍ਰਾਪਤ ਹੋਏ। ਤੇ ਸੋਝੀ ਪ੍ਰਾਪਤ ਹੋ ਜਾਏ, ਗਿਆਨ ਦੀ ਸੋਝੀ ਪ੍ਰਾਪਤ ਹੋ ਜਾਏ ਤਾਂ ਇਸ ਤਰ੍ਹਾਂ ਸੋਝੀ ਹੁੰਦੀ ਹੈ। ਨਾਨਕ ਏਕੋ ਨਦਰੀ ਆਇਆ, ਮਹਾਰਾਜ ਕਹਿੰਦੇ ਇੱਕੋ ਨਦਰੀ ਆਇਆ ਗੁਰਮੁਖਾਂ ਨੂੰ। ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲੀ ਜਦੋਂ, ਇੱਕੋ ਵਾਹਿਗੁਰੂ ਦਾ ਪ੍ਰਕਾਸ਼ ਨਜ਼ਰ ਆਇਆ ਚੌਵਾਂ ਪਾਸੇ। ਜਹ ਦੇਖਾ ਤਹ ਸੋਏ, ਜਿੱਧਰ ਵੇਖਦੇ ਨੇ ਉਧਰ ਸੋਏ, ਇੱਕੋ ਹੀ ਨਜ਼ਰ ਆਉਂਦਾ ਗਰੀਬ ਨਵਾਜ। ਪੌੜੀ ਸੱਚਾ ਤਖਤ ਰਚਾਇਆ, ਬੈਸਣ ਕਉ ਜਾਏ। ਪੌੜੀ ਦੇ ਵਿੱਚ ਮਹਾਰਾਜ ਕਹਿੰਦੇ, ਗੁਰੂ ਅਮਰਦਾਸ ਜੀ ਕਹਿੰਦੇ ਸੱਚੇ ਅਕਾਲ ਪੁਰਖ ਨੇ ਤਖਤ ਦੀ ਰਚਨਾ ਕੀਤੀ ਏ। ਇਹ ਸੰਸਾਰ ਬਣਾਇਆ ਜਿਹੜਾ, ਧਰਤੀ ਤੇ ਬੈਸਣ ਨੂੰ ਬਹਿਣ ਵਾਸਤੇ ਥਾਵਾਂ ਬਣਾਈਆਂ ਹਨ। ਸਭ ਕੁਛ ਆਪੇ ਆਪ ਹੈ, ਸਾਰੀਆਂ ਥਾਵਾਂ ਤੇ ਆਪ ਹੀ ਮਹਾਰਾਜ ਸਮਾਇਆ ਹੋਇਆ। ਗੁਰ ਸ਼ਬਦ ਸੁਣਾਏ, ਗੁਰੂ ਕੇ ਸ਼ਬਦ ਦੁਆਰਾ ਸੁਣਾਈ ਦਿੰਦਾ। ਪਤਾ ਲੱਗਦਾ ਗੁਰੂ ਕਾ ਸ਼ਬਦ ਸੁਣੀਏ ਤਾਂ ਫਿਰ ਪਤਾ ਲੱਗਦਾ ਵੀ ਸਭ ਥਾਵਾਂ ਤੇ ਆਪੇ ਹੀ ਹੈ। ਆਪੇ ਕੁਦਰਤ ਸਾਜੀਨ, ਆਪ ਹੀ ਕੁਦਰਤ ਸਾਰੀ ਸਾਜੀ ਹੈ ਪਰਮੇਸ਼ਰ ਵਾਹਿਗੁਰੂ ਨੇ। ਕਰ ਮਹਲ ਸਰਾਏ, ਇਹ ਵੱਡੇ ਮਹਿਲ ਤੇ ਸਰਾਵਾਂ ਬਣਾਏ ਹੋਏ ਨੇ, ਜੀਵ ਜੰਤ ਪੈਦਾ ਕੀਤੇ, ਕਈ ਬ੍ਰਹਿਮੰਡ ਬਣਾ ਦਿੱਤੇ ਹਨ। ਚੰਦ ਸੂਰਜ ਦੋਏ ਚਾਨਣੇ, ਇਹ ਚੰਦਰਮਾ ਤੇ ਸੂਰਜ ਇਸ ਸ੍ਰਿਸ਼ਟੀ ਨੂੰ, ਬ੍ਰਹਿਮੰਡ ਨੂੰ ਚਲਾਉਣ ਲਈ, ਚਾਨਣ ਰੱਖਣ ਵਾਸਤੇ ਬਣਾਏ ਹਨ। ਪੂਰੀ ਬਣਤ ਬਣਾਈ, ਇਹ ਪੂਰੀ ਤਰ੍ਹਾਂ ਬਣਤ ਬਣਾਈ ਹੋਈ ਹੈ ਤਰੀਕੇ ਦੇ ਨਾਲ। ਕੋਈ ਇਹ ਨਹੀਂ ਵੀ ਐਵੇਂ ਖੁੱਲ੍ਹਾ ਹੀ ਕੰਮ ਕਰਦਾ, ਜੋ ਹੁੰਦਾ ਹੋਈ ਜਾਂ ਨਹੀਂ। ਉੱਤੇ ਪੂਰੀ ਸਰਕਾਰ ਚੱਲਦੀ ਹੈ। ਆਪੇ ਵੇਖੈ ਸੁਣੇ ਆਪ, ਆਪ ਹੀ ਵੇਖਦਾ ਹੈ ਤੇ ਅਰਦਾਸ ਵੀ ਆਪ ਹੀ ਸੁਣਦਾ ਸਾਰਿਆਂ ਦੀ। ਗੁਰ ਸ਼ਬਦ ਧਿਆਈ, ਗੁਰੂ ਕੇ ਸ਼ਬਦ ਧਿਆਈ, ਗੁਰ ਸ਼ਬਦ ਧਿਆਈ। ਜਿਨ੍ਹਾਂ ਨੇ ਗੁਰੂ ਕਾ ਸ਼ਬਦ ਧਿਆਇਆ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਹੈ। ਇਹ ਪਹਿਲੀ ਪੌੜੀ ਅੱਗੇ ਏਕਾ ਨੰਬਰ ਆਇਆ ਹੈ, ਪਰ ਇਹ ਇੱਕੋ ਇੱਕ ਵਾਰ ਹੈ ਜਿਹਦੇ ਅੰਦਰ ਵੱਖਰੇ ਤੌਰ ਤੇ ਇੱਕ ਰਹਾਉ ਦੀ ਤੁਕ ਆਈ ਹੈ। ਨਹੀਂ ਤੇ 22 ਵਾਰਾਂ ਦੇ ਵਿੱਚ ਕਿਤੇ ਵੀ ਰਹਾਉ ਦੀ ਤੁਕ ਨਹੀਂ ਆਈ। ਪੌੜੀਆਂ ਹੁੰਦੀਆਂ ਨੇ ਵਾਰ, ਤਾਂ ਇਹਦੇ ਵਿੱਚ ਆਇਆ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ 6ਵੀਂ ਜਿਹੜੀ, ਇਹ 5 ਪੰਕਤੀਆਂ ਹਨ ਪਿਛਲੀ ਪੌੜੀ ਦੀਆਂ, ਤੇ ਇਹ 6ਵੀਂ ਪੰਕਤੀ ਹੈ, ਰਹਾਉ ਵਾਲੀ ਤੁਕ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਏ ਰਹਾਉ। ਮਹਾਰਾਜ ਕਹਿੰਦੇ ਹਨ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਜਿਹੜੀ ਪੌੜੀ ਦੇ ਨਾਲ ਇੱਕ ਨਵਾਂ ਏਕਾ ਪਾਇਆ ਹੈ। ਇਹ ਵੱਖਰਾ ਹੀ ਹੈ ਸਾਰੀਆਂ ਪੌੜੀਆਂ ਦੇ ਨਾਲੋਂ। ਜਿੱਥੇ ਪੌੜੀਆਂ ਦੇ ਵਿੱਚ ਇੱਕ ਅੰਕ ਹੋਰ ਪਾਇਆ ਤੇ ਰਹਾਉ ਵੀ ਲਿਖਿਆ, ਤੇ ਪੁਰਾਤਨ ਸਮੇਂ ਤੋਂ ਲੈ ਕੇ ਜਿੰਨੇ ਵੀ ਵਿਆਖਿਆਕਾਰ ਨੇ ਔਰ ਬਹੁਤੇ ਗ੍ਰੰਥ ਨੇ, ਉਹਨਾਂ ਨੇ ਇਹਦੇ ਬਾਬਤ ਇਸ ਤਰ੍ਹਾਂ ਵਿਚਾਰ ਦਿੱਤੀ ਹੈ ਵੀ ਭਾਵੇਂ ਨਵੇਂ ਜਿਹੜੇ ਗੁਰਮੁਖ ਨੇ ਉਹ ਇਹਨੂੰ ਇੱਕੋ ਵਾਰੀ ਪੜ੍ਹਦੇ ਵੀ ਇੱਥੇ ਲਿਖੀ ਹੋਈ ਹੈ, ਪਰ ਅਗਲੀਆਂ ਪੌੜੀਆਂ ਦੇ ਨਾਲ ਵੀ ਜਿਹੜੀ ਚਾਲ ਬਣਾਈ ਹੋਈ ਧਿਆਈ ਆਈ ਜਾਂ ਜਾਈ, ਉਹਦੇ ਨਾਲ ਇਹ ਮਿਲਦੀ ਹੋਣ ਕਰਕੇ ਇਹ ਗੁਰੂ ਕੇ ਸਿੱਖਾਂ ਦਾ ਵਿਚਾਰ ਹੈ। ਔਰ ਪੁਰਾਤਨ ਗ੍ਰੰਥਾਂ ਦੇ ਹਵਾਲੇ ਵੀ ਮਿਲਦੇ ਹਨ, ਔਰ ਇਹ ਸੀਨਾ ਬਸੀਨਾ ਆ ਰਹੀ ਹੈ। ਕਈ ਚੀਜ਼ਾਂ ਐਸੀਆਂ ਨੇ ਸੀਨਾ ਬਸੀਨਾ ਚੱਲ ਪਈਆਂ ਜਿਹੜੀਆਂ ਗੁਰੂ ਕੇ ਸਿੱਖਾਂ ਨੇ ਗੁਰੂ ਕੇ ਸਿੱਖਾਂ ਨੂੰ ਅੱਗੇ ਦੱਸੀਆਂ ਹਨ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਬਹੁਤ ਸਾਰੇ ਪੁਰਾਤਨ ਜਿੰਨੇ ਵੀ ਵਿਆਖਿਆਕਾਰ ਸਨ ਉਹ ਇਹਨੂੰ ਨਾਲ ਪੜ੍ਹਦੇ ਸੀ ਕਿ ਅੱਗੇ ਜਿੰਨੀਆਂ ਪੌੜੀਆਂ ਆਉਣਗੀਆਂ ਸਾਰਿਆਂ ਦੇ ਨਾਲ ਇਹਨੂੰ ਪੜ੍ਹਨਾ, ਪਾਠ ਕਰਨ ਲੱਗਿਆਂ ਵੀ ਔਰ ਕਥਾ ਕਰਨ ਲੱਗਿਆਂ ਵੀ। ਸ਼ਲੋਕ ਕਬੀਰ ਮਹਿਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ। ਅਗਲਾ ਸ਼ਲੋਕ ਜਿਹੜਾ ਕਬੀਰ ਸਾਹਿਬ ਦਾ ਹੈ। ਕਬੀਰ ਸਾਹਿਬ ਕਹਿੰਦੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖੁਸ਼ ਕਰਨ ਵਾਸਤੇ ਆਪਣੀ ਹਉਮੈ ਨੂੰ, ਆਪਣੇ ਆਪ ਨੂੰ ਮਹਿੰਦੀ ਵਾਂਗੂ ਕਰਕੇ ਪੀਸ ਦਿੱਤਾ। ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ, ਆਪਣੇ ਆਪ ਨੂੰ ਪਿਸਾਇਆ, ਵਾਰ-ਵਾਰ ਹਉਮੈ ਨੂੰ ਮਾਰਿਆ ਤਾਂ ਕਿ ਪ੍ਰਵਾਨ ਹੋ ਜਾਈਏ। ਐਸਾ ਬਾਤ ਨਾ ਪੁੱਛਿਆ, ਪਰ ਹੇ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਪਤੀ, ਆਪ ਨੇ ਸਾਡੀ ਕਦੀ ਬਾਤ ਨਹੀਂ ਪੁੱਛੀ, ਕਦੀ ਨਹੀਂ ਪੁੱਛਿਆ ਵੀ ਤੂੰ ਕਿੱਧਰ ਤੁਰਿਆ ਫਿਰਨਾ ਹੈ। ਕਬਹੂ ਨਾ ਲਾਈ ਪਾਏ, ਤੇ ਸਾਨੂੰ ਇਸ ਬਣੀ ਹੋਈ ਮਹਿੰਦੀ ਨੂੰ ਆਪਣੇ ਚਰਨਾਂ ਨਾਲ ਨਹੀਂ ਜੋੜਿਆ,
ਕਦੀ ਪੈਰੀ ਨਹੀਂ ਲਾਇਆ ਸਾਨੂੰ, ਅਸੀਂ ਆਪਣੇ ਆਪ ਨੂੰ ਮਹਿੰਦੀ ਬਣਾ ਦਿੱਤਾ ਹੈ। ਮਹੱਲਾ ਤੀਜਾ। ਨਾਨਕ ਮਹਿੰਦੀ ਕਰਕੇ ਰੱਖਿਆ। ਇਹ ਗੁਰੂ ਅਮਰਦਾਸ ਜੀ ਨੇ ਫਿਰ ਇਹਦਾ ਖੁਲਾਸਾ ਕੀਤਾ ਹੈ। ਉਹ ਕਹਿੰਦੇ ਹਨ ਕਿ ਮਹਿੰਦੀ ਕਰਕੇ ਰੱਖਿਆ, ਇਹ ਵੇਟ ਕਰਨ ਦੀ, ਉਡੀਕ ਕਰਨ ਦਾ ਤਰੀਕਾ ਹੈ ਜਗਿਆਸੂ ਦਾ। ਮਹਾਰਾਜ ਕਹਿੰਦੇ ਵੀ ਮਹਿੰਦੀ ਬਣਾਉਣਾ ਹੈ ਆਪਣੇ ਆਪ ਨੂੰ ਪੀਸ ਕੇ, ਆਪਣੀ ਹਉਮੈ ਨੂੰ, ਆਪਣੀ ਵਾਸ਼ਨਾ ਨੂੰ, ਆਪਣੀ ਇੱਛਾ ਨੂੰ, ਆਪਣੀਆਂ ਮੰਗਾਂ ਨੂੰ, ਸਾਰੀਆਂ ਨੂੰ ਮਾਰ ਦੇਣਾ। ਮਨ ਨੂੰ ਸਾਰੇ ਨੂੰ ਮਾਰ ਕੇ ਮਹਿੰਦੀ ਬਣਾ ਕੇ ਤੇ ਬਸ ਭਾਂਡੇ ਵਿੱਚ ਪਾ ਕੇ ਰੱਖ ਦੇਣਾ ਹੈ। ਸੋ ਸਹੁ ਨਦਰ ਕਰੇ। ਆਪੇ ਇੱਕ ਦਿਨ ਜਦੋਂ ਉਹਦੀ ਮਰਜ਼ੀ ਹੋਵੇਗੀ, ਆਪਾਂ ਕਿਹੜਾ ਧੱਕਾ ਕਰਨਾ ਜਾਂ ਕਾਹਲ ਕਰਨੀ ਏ, ਜਾਂ ਉਹਨੂੰ ਕਹਿਣਾ ਵੀ ਲਾਉਂਦਾ ਕਿਉਂ ਨਹੀਂ ਪੈਰਾਂ ਨੂੰ। ਕਹਿਣ ਲੱਗੇ ਜਿੱਦਣ ਉਹਦੀ ਮਰਜ਼ੀ ਹੋਵੇਗੀ ਆਪੇ ਵੇਖ ਲਵੇਗਾ। ਆਪੇ ਪੀਸੈ ਆਪੇ ਕੱਸੈ। ਆਪ ਹੀ ਉਹ ਪੀਸਣ ਵਾਲਾ ਹੈ ਤੇ ਆਪ ਹੀ ਘਸਾਉਣ ਵਾਲਾ ਸੀ। ਪਹਿਲਾਂ ਵੀ ਸਾਰੀ ਘਾਲਣਾ ਉਹਨੇ ਹੀ ਕਰਾਈ ਹੈ। ਆਪੇ ਹੀ ਲਾਏ ਲੈ। ਇੱਕ ਦਿਨ ਆਪੇ ਹੀ ਲਾ ਲਏਗਾ ਆਪਣੀ ਮਰਜ਼ੀ। ਉਹ ਸਾਰਾ ਕੁਝ ਨੂੰ ਪਤਾ, ਅੰਤਰਜਾਮੀ ਹੈ। ਇੱਕ ਦਿਨ ਜ਼ਰੂਰ ਲਾਏਗਾ ਆਪਣੇ ਚਰਨਾਂ ਨੂੰ। ਇਹੋ ਪਰਮ ਪਿਆਲਾ ਖਸਮ ਕਾ। ਇਹ ਕਹਿੰਦੇ ਪ੍ਰੇਮ ਦਾ ਪਿਆਲਾ ਹੈ ਖਸਮ ਵਾਹਿਗੁਰੂ ਸੱਚੇ ਪਾਤਸ਼ਾਹ ਦਾ। ਜੈ ਭਾਵੈ ਤੈ ਦੇ। ਜਿੱਥੇ ਚਾਹੁੰਦਾ ਹੈ ਉੱਥੇ ਹੀ ਬਖਸ਼ਿਸ਼ ਕਰਦਾ ਗਰੀਬ ਨਵਾਜ। ਪੌੜੀ ਵੇਖੀ ਸ੍ਰਿਸ਼ਟ ਉਪਾਈਨ। ਮਹਾਰਾਜ ਕਹਿੰਦੇ ਵੇਖੀ ਮੈਨੇ ਕਈ ਪ੍ਰਕਾਰ ਨਾਲ ਇਹ ਸ੍ਰਿਸ਼ਟੀ ਜਿਹੜੀ ਹੈ ਵਾਹਿਗੁਰੂ ਨੇ ਪੈਦਾ ਕੀਤੀ ਹੈ। ਵੇਖੀ ਸ੍ਰਿਸ਼ਟ ਉਪਾਈਨ ਸਭ ਹੁਕਮ ਆਵੇ ਜਾਏ ਸਮਾਹੀ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਜਿਹੜੀ ਕਈ ਪ੍ਰਕਾਰ ਨਾਲ ਪੈਦਾ ਕੀਤੀ ਹੈ ਤੇ ਹੁਕਮ ਦੇ ਵਿੱਚ ਆਉਂਦੀ ਹੈ ਤੇ ਹੁਕਮ ਦੇ ਵਿੱਚ ਵਾਪਸ ਚਲੀ ਜਾਂਦੀ, ਸਮਾ ਜਾਂਦੀ ਹੈ। ਆਪੇ ਵੇਖ ਵਿਗਸਦਾ ਦੂਜਾ ਕੋ ਨਾਹੀ। ਆਪ ਹੀ ਵੇਖ ਕੇ ਖੁਸ਼ ਹੋ ਰਿਹਾ ਆਪਣੀ ਬਣਾਈ ਹੋਈ ਸ੍ਰਿਸ਼ਟੀ ਨੂੰ, ਦੂਜਾ ਕੋਈ ਹੋਰ ਨਹੀਂ ਹੈ। ਜੋ ਭਾਵੈ ਤਿਉ ਰਖ ਤੂੰ ਗੁਰ ਸ਼ਬਦ 부ਝਾਹੀ। ਕਹਿਣ ਲੱਗੇ ਜਿਵੇਂ ਵੀ ਹੋ ਸਕਦਾ ਸੱਚੇ ਪਾਤਸ਼ਾਹ ਸੇਵਕਾਂ ਦੀ ਅਰਦਾਸ ਹੈ, ਕਿਰਪਾ ਕਰਕੇ ਰੱਖੋ ਆਪ ਜੀ। ਗੁਰੂ ਕੇ ਸ਼ਬਦ ਨੇ ਇਹ ਅਰਦਾਸ ਕਰਨ ਦੀ ਜਾਚ ਦੱਸੀ ਹੈ, ਬੁਝਾਈ ਹੈ। ਸਭਨਾ ਤੇਰਾ ਜੋਰ ਹੈ ਜਿਉ ਭਾਵੈ ਤਿਵੈ ਚਲਾਹੀ। ਮਹਾਰਾਜ ਤੁਹਾਡਾ ਤੇ ਜ਼ੋਰ ਸਾਰੇ ਥਾਵਾਂ ਤੇ ਚੱਲਦਾ ਹੈ, ਦੱਸੋ ਕਿੱਥੇ ਨਹੀਂ ਤੁਹਾਡੀ ਚੱਲਦੀ। ਤੁਹਾਡਾ ਸਾਰਿਆਂ ਥਾਵਾਂ ਤੇ ਜ਼ੋਰ ਚੱਲਦਾ ਹੈ। ਇਸ ਕਰਕੇ ਜਿਹੜੇ ਸਾਡੇ ਦੁੱਖ ਨੇ ਇਹਨਾਂ ਨੂੰ ਤੁਸੀਂ ਹਟਾ ਸਕਦੇ ਹੋ। ਜਿਉਂ ਭਾਵੈ ਤਿਵੇਂ ਚਲਾਈ, ਜਿਵੇਂ ਹੋ ਸਕਦਾ ਹੈ ਆਪ ਜੀ ਚਲਾਓ, ਆਪ ਜੀ ਕਿਰਪਾ ਕਰੋ। ਤੁਝੇ ਵਡਮੈ ਨਾਹੇ ਕੋ ਕਿਸ ਆਖ ਸੁਣਾਏ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਜਿੱਡਾ ਹੋਰ ਕੋਈ ਨਹੀਂ। ਮੈਂ ਆਪਣੀ ਗੱਲ ਕਿਹਨੂੰ ਆਖ ਕੇ ਸੁਣਾਵਾਂ, ਕਿਹਦੇ ਅੱਗੇ ਕਰਾਂ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਏ। ਇਹ ਸੱਚੇ ਪਾਤਸ਼ਾਹ ਆਪ ਜੀ ਅਸਚਰਜ ਹੋ, ਵਾਹੋ ਵਾਹੋ ਹੋ। ਔਰ ਤੁਹਾਡੀ ਮਹਿਮਾ ਜਿਹੜੀ ਹੈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਉਹ ਮਹਿਮਾ ਤੁਹਾਨੂੰ ਮਿਲਾ ਸਕਦੀ ਹੈ। ਸ਼ਲੋਕ ਮਹੱਲਾ ਤੀਜਾ। ਭਰਮ ਭੁਲਾਈ ਸਭ ਜਗ ਫਿਰੇ ਭਾਵੀ ਹੋਈ ਭਾਲ। ਇਸ ਤਰ੍ਹਾਂ ਭਰਮ ਵਿੱਚ ਪੈ ਕੇ ਸਾਰੀ ਸ੍ਰਿਸ਼ਟੀ ਜਿਹੜੀ ਭੌਂ ਰਹੀ ਹੈ ਤੇ ਫਾਵੀ ਹੋਈ। ਕਹਿਣ ਲੱਗੇ ਕਲਪਦੀ ਪਈ ਹੈ, ਭਾਲਦੀ ਪਈ ਹੈ। ਸੋ ਸਹੁ ਸ਼ਾਂਤ ਨ ਦੇਵਈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਧੱਕੇ ਦੇ ਨਾਲ ਬੜੇ ਲੋਕ ਫਾਵੀ ਹੋਏ ਫਿਰਦੇ ਨੇ, ਫਾਵੇ ਹੋਏ ਫਿਰਦੇ ਨੇ, ਭਾਵ ਧੱਕਾ ਕਰੀ ਜਾਂਦੇ ਨੇ। ਕਹਿਣ ਲੱਗੇ ਇਸ ਤਰ੍ਹਾਂ ਸ਼ਾਂਤ ਸੋ ਸਹੁ ਸ਼ਾਂਤ ਨਾ ਦੇਵਈ, ਇਸ ਤਰ੍ਹਾਂ ਸ਼ਾਂਤੀ ਨਹੀਂ ਦਿੰਦਾ ਧੱਕੇ ਨਾਲ। ਉਹ ਕਿਆ ਚੱਲੇ ਤਿਸ ਨਾਲ। ਉਹਦੇ ਨਾਲ ਕਿਹੜਾ ਜ਼ੋਰ ਚੱਲ ਸਕਦਾ, ਭਾਵ ਕੋਈ ਜ਼ੋਰ ਨਹੀਂ ਚੱਲਦਾ ਉਹਦੇ ਨਾਲ। ਗੁਰ ਪ੍ਰਸਾਦੀ ਹਰਿ ਧਿਆਈ ਹੈ। ਗੁਰੂ ਦੀ ਕਿਰਪਾ ਨਾਲ ਹਰੀ ਦਾ ਨਾਮ ਜਪਦੇ ਰਹੀਏ, ਗੁਰੂ ਦੇ ਹੁਕਮ ਵਿੱਚ ਅੰਤਰ ਰੱਖੀਐ ਔਰ ਧਾਰ। ਤੇ ਅੰਦਰ ਧਾਰਨ ਕਰਕੇ ਰੱਖੀਏ। ਨਾਨਕ ਘਰ ਬੈਠਿਆ ਸਹੁ ਪਾਇਆ। ਮਹਾਰਾਜ ਕਹਿੰਦੇ ਨੇ ਜੇ ਘਰ ਬੈਠਿਆਂ ਆਪ ਹੀ ਆ ਜਾਂਦਾ, ਜਿੱਦਣ ਟੁੱਟ ਪਵੇ। ਇਸ ਤਰ੍ਹਾਂ ਧੱਕਾ ਨਹੀਂ ਉਹ ਸਹਿੰਦਾ, ਨਾ ਧੱਕੇ ਦੀ ਪਰਵਾਹ ਕਰਦਾ, ਉਹ ਘਰ ਬੈਠਿਆਂ ਨੂੰ ਪ੍ਰਾਪਤ ਹੋ ਜਾਂਦਾ ਜਾ ਹੈ। ਕਿਰਪਾ ਕੀਤੀ ਕਰਤਾਰ। ਜਦੋਂ ਕਰਤਾਰ ਨੇ ਕਿਰਪਾ ਕਰ ਦਿੱਤੀ ਉਹਨੇ ਘਰ ਹੀ ਆ ਜਾਣਾ ਆਪਣੇ ਆਪ। ਮਹੱਲਾ ਤੀਜਾ। ਧੰਦਾ ਧਾਵਤ ਦਿਨ ਗਿਆ ਰੈਣ ਗਵਾਈ ਸੋਏ। ਮਹਾਰਾਜ ਕਹਿੰਦੇ ਮਨੁੱਖ ਕੀ ਕਰਦਾ ਹੈ, ਕਹਿੰਦੇ ਸਾਰਾ ਦਿਨ ਧੰਦਿਆਂ ਵਿੱਚ ਭੱਜਾ ਫਿਰਦਾ ਹੈ, ਕਦੀ ਇੱਧਰੋਂ ਉੱਧਰ, ਉੱਧਰੋਂ ਇੱਧਰ, ਧੰਦਿਆਂ ਦੇ ਵਿੱਚ ਜਿਉਂ ਤੁਰਦਾ ਹੈ। ਕਹਿਣ ਲੱਗੇ ਰਾਤ ਜਿਹੜੀ ਇਹ ਸੌਂ ਕੇ ਗਵਾ ਦਿੰਦਾ। ਕੂੜ ਬੋਲ ਬਿਖ ਖਾਇਆ ਮਨਮੁਖ ਚੱਲਿਆ ਰੋਏ। ਸਾਰੀ ਉਮਰ ਇੱਥੇ ਝੂਠ ਹੀ ਬੋਲਦਾ ਰਿਹਾ, ਕਦੀ ਇਹ ਟਾਈਮ ਨਹੀਂ ਕੱਢਿਆ ਵੀ ਨਿਤਨੇਮ ਕਰ ਲਈਏ, ਸਿਮਰਨ ਕਰ ਲਈਏ। ਤੇ ਬਿਖ ਖਾਧੀ ਉਹਨੇ ਇਹ ਵਿਸ਼ਿਆਂ ਵਿਕਾਰਾਂ ਦੀ। ਕਹਿਣ ਲੱਗੇ ਮਨਮੁਖ ਰੋਂਦਾ ਹੋਇਆ ਵਾਪਸ ਗਿਆ ਇਥੋਂ। ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਏ ਪਤ ਖੋਏ। ਮਹਾਰਾਜ ਕਹਿੰਦੇ ਸਿਰ ਦੇ ਉੱਤੇ ਉਹਦਾ ਜਮਾਂ ਦਾ ਡੰਡ ਹੈ, ਉਹਦੇ ਡੰਡ ਸਹਿਣਾ ਪੈਂਦਾ ਉਹਨੂੰ।
ਕਹਿਣ ਲੱਗੇ ਦੂਜੇ ਭਾਵਨਾ ਕਰਕੇ ਦੁਬਦਾ ਕਰਕੇ ਆਪਣੀ ਪੱਤ ਖਵਾ ਲੈਂਦਾ ਹਰ ਹੈ। ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ। ਉਹਨੇ ਕਦੀ ਹਰੀ ਦਾ ਨਾਮ ਨਹੀਂ ਚੇਤਿਆ, ਕਦੀ ਨਾਮ ਨਹੀਂ ਜਪਿਆ, ਕਦੀ ਬਾਣੀ ਨਹੀਂ ਪੜ੍ਹੀ, ਇਸ ਕਰਕੇ ਫਿਰ ਜਨਮ ਮਰਨ ਹੁੰਦਾ ਉਸ ਦਾ। ਗੁਰ ਪ੍ਰਸਾਦੀ ਹਰ ਮਨ ਵਸੈ ਜਮ ਡੰਡ ਨ ਲਾਗੈ ਕੋਏ। ਪਰ ਜੇ ਗੁਰੂ ਚਰਨਾਂ ਨਾਲ ਜੁੜ ਜਾਏ ਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਹਰੀ ਦਾ ਨਾਮ ਮਨ ਵਿੱਚ ਵਸ ਜਾਏ, ਫਿਰ ਉਹਨੂੰ ਜਮਾਂ ਦਾ ਡੰਡ ਨਹੀਂ ਲੱਗਦਾ। ਨਾਨਕ ਸਹਜੇ ਮਿਲ ਰਹਿ ਕਰਮ ਪ੍ਰਾਪਤ ਹੋਏ। ਮਹਾਰਾਜ ਕਹਿੰਦੇ ਇਸ ਤਰ੍ਹਾਂ ਸਹਿਜੇ ਹੀ, ਭਾਵ ਸਹਿਜ ਅਵਸਥਾ ਵਿੱਚ ਆਪਣੇ ਆਪ ਹੀ ਮਿਲ ਰਵੇ, ਧੱਕੇ ਨਾਲ ਨਹੀਂ, ਬਖਸ਼ਿਸ਼ ਦੇ ਨਾਲ ਪ੍ਰਾਪਤੀ ਹੁੰਦੀ ਹੈ। ਪੌੜੇ ਇੱਕ ਆਪਣੀ ਸਿਫਤੀ ਲਾਇਨ ਦੇ ਸਤਿਗੁਰ ਮਤੇ। ਇੱਕ ਉਹ ਹਨ, ਕਈਆਂ ਤੇ ਕਿਰਪਾ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ, ਆਪਣੀ ਸਿਫਤ ਸਲਾਹ ਵਿੱਚ ਜੋੜ ਦਿੱਤੇ ਹਨ ਸਤਿਗੁਰੂ ਜੀ ਦੀ ਮੱਤ ਦੇ ਕੇ। ਇਕ ਨਾਨੋ ਨਾਉ ਬਖਸ਼ਿਓਨ ਅਸਥਿਰ ਹਰ ਸਤੇ। ਇੱਕ ਨਾ ਉਹ ਨੇ ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ੀ ਹੈ ਔਰ ਉਹ ਅਸਥਿਰ ਭਾਵ ਸਤੀ, ਸਤ ਕਾਇਮ ਰਹਿਣ ਵਾਲੇ ਹੋ ਗਏ ਹਨ। ਜਿਹੜਾ ਸਤੀ ਹੈ, ਸਤੀ ਕਾਇਮ ਰਹਿਣ ਵਾਲਾ, ਹਰੀ ਅਸਥਿਰ ਹੈ, ਸਦਾ ਰਹਿਣ ਵਾਲਾ, ਉਹਦੇ ਨਾਲ ਜੁੜ ਗਏ ਹਨ ਉਹ। ਪੌਣ ਪਾਣੀ ਬੈ ਸੰਤਰੋ ਹੁਕਮ ਕਰਹਿ ਭਗਤੇ। ਇਹ ਜਿਹੜੇ ਪੌਣ ਪਾਣੀ ਬਸੰਤਰ ਨੇ, ਇਹ ਜਿਵੇਂ ਆਪਣੇ ਪੰਜ ਤੱਤ ਨੇ, ਕਹਿਣ ਲੱਗੇ ਇਹ ਪੰਜੇ ਦੇ ਪੰਜੇ ਤੱਤ ਜਿਹੜੇ ਭਗਤੀ ਕਰਦੇ ਨੇ ਵਾਹਿਗੁਰੂ ਦੀ, ਇਹਨਾਂ ਨੂੰ ਪਾਉ ਅਗਲਾ ਪੂਰੀ ਬਣਤ ਬਣਤੇ। ਇਹ ਪੰਜ ਤੱਤ ਵੀ ਫਿਰ ਭੈ ਵਿੱਚ ਆ ਜਾਂਦੇ ਨੇ, ਜਿਹੜੇ ਸਰੀਰ ਦੇ ਵਿੱਚ ਨੇ ਇਹ ਵੀ ਭੈ ਵਿੱਚ ਆ ਜਾਂਦੇ ਨੇ, ਪੂਰੀ ਬਣਤ ਬਣ ਜਾਂਦੀ ਹੈ। ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਏ। ਮਹਾਰਾਜ ਕਹਿੰਦੇ ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ। ਹਰ ਇੱਕ ਪੌੜੀ ਦੀ ਪਿਛਲੀ ਜਿਹੜਾ ਅੱਖਰ ਹੈ ਉਹ ਪਾਈ ਜਾਈ, ਇਸ ਤਰ੍ਹਾਂ ਹੈ, ਇਹਦੇ ਕਰਕੇ ਉਹ ਪੰਕਤੀ ਜੁੜਦੀ ਹੈ। ਕਹਿਣ ਲੱਗੇ ਸਾਰੇ ਥਾਵਾਂ ਤੇ ਇੱਕੋ ਵਾਹਿਗੁਰੂ ਦਾ ਹੁਕਮ ਵਰਤਦਾ ਪਿਆ, ਮੰਨਣ ਦੇ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਏ। ਇਹ ਸੱਚੇ ਪਾਤਸ਼ਾਹ ਤੂੰ ਅਚਰਜ ਰੂਪ ਹੈ। ਕਹਿਣ ਲੱਗੇ ਤੂੰ ਸੱਚੀ ਨਾਈ, ਤੇਰੀ ਸਿਫਤ ਸੱਚੀ ਹੈ, ਤੇਰੇ ਨਾਲ ਜੋੜ ਦਿੰਦੀ ਹੈ। ਸ਼ਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨ ਕੋਏ। ਇਹ ਅਗਲਾ ਸ਼ਲੋਕ ਫਿਰ ਕਬੀਰ ਸਾਹਿਬ ਦਾ ਹੈ। ਉਹ ਕਹਿੰਦੇ ਨੇ ਜਿਹੜੀ ਰਾਮ ਦੀ ਕਸੌਟੀ ਹੈ ਨਾ, ਕਸੌਟੀ ਉਹਨੂੰ ਕਹਿੰਦੇ ਨੇ ਜਿਹਦੇ ਉੱਤੇ ਲਾ ਕੇ ਚੀਜ਼ ਨੂੰ ਪਰਖਿਆ ਜਾਏ ਵੀ ਇਹ ਅਸਲੀ ਹੈ ਕਿ ਨਕਲੀ ਹੈ। ਜਿਵੇਂ ਸੋਨਾ ਹੈ, ਉਹਨੂੰ ਵੀ ਕਸੌਟੀ ਦੇ ਉੱਤੇ ਪਰਖਦੇ ਨੇ, ਟੈਸਟ ਕਰਦੇ ਨੇ, ਚੈੱਕ ਕਰਦੇ ਨੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ। ਜੇ ਉੱਥੇ ਨਕਲੀ ਹੋਵੇ ਕੋਈ, ਮਹਾਰਾਜ ਕਹਿੰਦੇ ਉੱਥੇ ਟਿਕ ਨਹੀਂ ਸਕਦਾ, ਉਸ ਥਾਂ ਤੇ ਝੂਠਾ ਟਿਕਾ ਵਿੱਚ ਨਹੀਂ ਆ ਸਕਦਾ। ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਉਸ ਰਾਮ ਦੀ ਕਸੌਟੀ ਸੱਚੇ ਪਾਤਸ਼ਾਹ ਦੀ ਉਹ ਹੀ ਸਹਿੰਦਾ ਹੈ ਜਿਹੜਾ ਮਰਜੀਵੜਾ ਹੈ। ਮਰਜੀਵੜਾ ਮੈਨੇ ਜਿਹਨੇ ਆਪਣਾ ਮਨ ਮਾਰ ਦਿੱਤਾ ਹੈ, ਜਿਹਨੇ ਆਪਣਾ ਸਾਰਾ ਕੁਝ ਗੁਰੂ ਨੂੰ ਸੌਂਪ ਦਿੱਤਾ ਹੈ। ਮਹਲਾ ਤੀਜਾ ਕਿਉ ਕਰ ਇਹੋ ਮਨ ਮਾਰੀਐ ਕਿਉ ਕਰ ਮਿਰਤਕ ਹੋਏ। ਮਹਾਰਾਜ ਕਹਿੰਦੇ ਵੀ ਉਸ ਕਸਵੱਟੀ ਤੇ ਪੂਰਾ ਉਤਰਨ ਵਾਸਤੇ ਇਸ ਮਨ ਨੂੰ ਕਿਵੇਂ ਮਾਰੀਏ ਤੇ ਕਿਵੇਂ ਮਿਰਤਕ ਹੋਵੇ ਮਨ। ਕਹਿਆ ਸ਼ਬਦ ਨ ਮਾਨੈ ਹਉ ਮੈਂ ਛੱਡੈ ਨ ਕੋਏ। ਮਹਾਰਾਜ ਕਹਿੰਦੇ ਵੀ ਗੱਲ ਕਹੀ ਹੋਈ ਜਿਹੜੀ ਬਾਣੀ ਦਾ ਉਪਦੇਸ਼ ਉਹ ਤੇ ਕੋਈ ਮੰਨਣ ਲਈ ਤਿਆਰ ਨਹੀਂ ਤੇ ਹਉਮੈ ਨੂੰ ਛੱਡਦਾ ਕੋਈ ਨਹੀਂ। ਗੁਰ ਪ੍ਰਸਾਦੀ ਹਉਮੈ ਛੁਟੈ ਜੀਵਨ ਮੁਕਤ ਸੋ ਹੋਏ। ਗੁਰੂ ਦੀ ਕਿਰਪਾ ਨਾਲ ਜੇ ਹਉਮੈ ਛੱਡਦਾ, ਆਪਣੀ ਮਰਜ਼ੀ ਛੱਡਦਾ, ਉਹ ਜੀਵਨ ਦੇ ਰਹਿੰਦੇ ਮੁਕਤ ਹੋ ਜਾਂਦਾ ਹੈ। ਨਾਨਕ ਜਿਸਨੋ ਬਖਸ਼ੇ ਤਿਸ ਮਿਲੈ। ਮਹਾਰਾਜ ਕਹਿੰਦੇ ਹਨ ਗੁਰੂ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਜਿਹਦੇ ਤੇ ਬਖਸ਼ਿਸ਼ ਕਰਦਾ ਹੈ ਤਿਸ ਮਿਲੈ, ਉਹਨੂੰ ਪ੍ਰਾਪਤ ਹੋ ਜਾਂਦਾ, ਮਿਲ ਜਾਂਦਾ ਤਿਸ ਹੈ। ਬਿਗਨ ਨ ਲਾਗੈ ਕੋਏ। ਉਹਨੂੰ ਕੋਈ ਵਿਘਨ ਨਹੀਂ ਲੱਗਦਾ, ਉਹਦੇ ਜੀਵਨ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਰਾਮ ਕਲੀ ਕੀ ਵਾਰ ਦੇ ਵਿੱਚ ਸ਼ਲੋਕ ਉਚਾਰਨ ਕਰ ਰਹੇ ਨੇ, ਕਿਰਪਾ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਪਿਆਰ ਸਹਿਤ ਸ਼ਬਦ ਪੜ੍ਹੀਏ, ਸਮਾਪਤੀ ਕਰੀਏ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ।
ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾ ਜੀਵਾ, ਤਨ ਮਨ ਥੀਵੈ ਹਰਿਆ। ਨਾਨਕ ਨਾਮ ਮਿਲੇ ਤਾ ਜੀਵਾ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।